सत श्री अकाल दोस्तों। किताब स्वै भरोसे दा मार्ग, लेखक स्वेट मार्डन, लेख जायदाद। दोस्तों इसका पहला भाग आप पहला भी अपलोड कराया है, जे तुसी नहीं देखा तो जरूर देखो क्योंकि बहुत सोहनिया गल्लां ने उहदे विच भी जो सानू सारिਆਂ ਨੂੰ अपनी जिंदगी विच लागू करनियां चाहीदियां ने। तो हुण शुरू करते हैं आपां ये दूजा भाग। अजिहा किहड़ा व्यक्ति है इस दुनिया विच जिसने बिना दुख उठाए सुख पाया होवे? शायद एक भी नहीं। अज दा हर सुखी आदमी तुहानू यही जवाब देवेगा कि पहला उसने कितना दुख उठाया है। तुसी खुद नू उस दे लई तैयार करो। इस गल का ख्याल रखो कि इस दुनिया विच कोई भी चीज़ मुफ्त नहीं मिलती, उस दे लई कुछ ना कुछ जरूर करना पैंदा है। फिर तुहानू संपत्ति किवें मिल सकती है, तुसी खुद इस उत्ते सोचो। दुख उठाउण दे लई तैयार हो जावो। संपत्ति नू खिंचदी है। कहावत है पैसे नू पैसा खिंचदा है। तुसी पैसा जटाओ फिर उस नाल होर पैसा खिंचो। इस प्रकार तुसी संपत्ति प्राप्त कर सकते हो। मनुख जदों पैदा हुंदा है तो उसके तन उत्ते कुछ भी नहीं हुंदा, वो एकदम नंगा हुंदा है, अर्थात कुछ भी नाल नहीं लैके आउंदा। यही तो कुदरत का चमत्कार है। वो कहती है कि अपने कर्म के अनुसार अपना जीवन बिताओ। संसार में सब कुछ है पर कर्महीन पुरुष नहीं पाउंदे, जो कर्म करते हैं उही पाउंदे हैं। तुसी संपत्ति के इच्छुक हो। ईमानदारी की गल तां यह है कि एक कदम सरल काम है। तुसी मनचाहिया संपत्तियां पा सकते हो। इस समय तुहाडे कोल कुछ भी नहीं है, फिर भी तुसी सब कुछ पा सकते हो। उस दे लई कुछ ना कुछ कुर्बानी करनी होवेगी, दुख उठाने होणगे। सब तो पहला दृढ़ निश्चय करना होवेगा कि तुसी संपत्तिशाली बन के रहोगे। इस दे लई कुछ योजना अपनाओ। अपनी पूंजी ਅਤੇ ਕਾਰਜ ਸਮਰੱਥਾ ਦੇ ਅਨੁਸਾਰ ਆਪਣੇ ਗੈਰ ਜ਼ਰੂਰੀ ਖਰਚੇ ਘੱਟ ਤੋਂ ਘੱਟ ਨਿਊਨਤਮ ਕਰ ਦਿਓ। ਫਿਰ ਜੀ ਜਾਨ ਲਗਾ ਦਿਓ। ਇੱਥੇ ਮੈਂ ਇੱਕ ਆਪਣੇ ਮਿੱਤਰ ਦਾ ਉਦਾਹਰਨ ਦੇਵਾਂ। ਇੱਕ ਦਿਨ ਉਸਨੇ ਸੰਕਲਪ ਦੇ ਨਾਲ ਸਿਗਰਟ ਪੀਣਾ ਬੰਦ ਕਰ ਦਿੱਤਾ ਕਿ ਜਿੰਨਾ ਪੈਸਾ ਰੋਜ਼ ਸਿਗਰਟ ਉੱਤੇ ਖਰਚ ਕਰਦਾ ਸੀ ਉਹ ਇੱਕ ਡੱਬੇ ਵਿੱਚ ਪਾਉਂਦਾ ਗਿਆ, ਇਹ ਸਮਝ ਕੇ ਕਿ ਸਿਗਰਟ ਤੇ ਲੱਗ ਗਿਆ। 1 ਸਾਲ ਤੱਕ ਅਜਿਹਾ ਕਰਨ ਤੇ ਉਸਨੇ ਡੱਬਾ ਖੋਲ੍ਹਿਆ ਅਤੇ ਉਸ ਪੈਸੇ ਨਾਲ ਪਰਚੂਨ ਦੀ ਇੱਕ ਦੁਕਾਨ ਕਰ ਲਈ। ਵਪਾਰ ਵਿੱਚ ਲੱਗ ਗਿਆ। ਅੱਜ ਉਸ ਦੇ ਕੋਲ ਕਈ ਮਕਾਨ ਹਨ, ਕਾਰਾਂ ਹਨ। ਉਦੋਂ ਉਹ ਸਮਝਿਆ ਕਿ ਧੂਏ ਵਿੱਚ ਉਡਾ ਦਿੱਤੀ ਜਾਣ ਵਾਲੀ ਰਕਮ ਵੀ ਆਪਣਾ ਕਿੰਨਾ ਮਹੱਤਵ ਰੱਖਦੀ ਹੈ। ਇੱਕ ਅਰਥਸ਼ਾਸਤਰੀ ਦਾ ਕਥਨ ਹੈ ਕਿ ਮਨੁੱਖ ਦਾ 87% ਖਰਚ ਗੈਰ ਜ਼ਰੂਰੀ ਹੁੰਦਾ ਹੈ। ਇੰਨਾ ਪੈਸਾ ਉਹ ਆਪਣੇ ਵਿਅਰਥ ਦੇ ਵਿਅਸਨਾਂ ਉੱਤੇ ਖਰਚ ਕਰਦਾ ਹੈ। ਮਨੁੱਖ ਦੀ ਮੂਲਭੂਤ ਜ਼ਰੂਰਤ ਕੀ ਹੈ? ਭੋਜਨ ਅਤੇ ਕੱਪੜਾ। ਘੱਟ ਤੋਂ ਘੱਟ ਕੀਮਤ ਵਾਲਾ ਸ਼ੁੱਧ ਅਤੇ ਉਚਿਤ ਭੋਜਨ, ਘੱਟ ਤੋਂ ਘੱਟ ਕੀਮਤ ਵਾਲੇ ਉਚਿਤ ਕੱਪੜੇ, बस यही 2 ਜ਼ਰੂਰਤਾਂ ਹਨ ਜਿਨ੍ਹਾਂ ਨੂੰ ਉਹ ਆਪਣੀ ਆਮਦਨੀ ਦੇ 13% ਖਰਚ ਨਾਲ ਪੂਰਾ ਕਰ ਸਕਦਾ ਹੈ। ਤੁਹਾਡੇ ਕੋਲੋਂ ਹੀ ਇੱਕ ਸਵਾਲ ਪੁੱਛਿਆ ਜਾ ਸਕਦਾ ਹੈ, ਕੀ 500 ਦਾ ਸੂਟ ਪਹਿਨਣਾ ਜ਼ਰੂਰੀ ਹੈ? 50 ਰੁਪਏ ਦੇ ਸੂਟ ਨਾਲ ਤੁਹਾਡਾ ਕੰਮ ਨਹੀਂ ਚੱਲ ਸਕਦਾ। ਖਾਣਾ ਤੁਸੀਂ ਘਰ ਬਣਾਓ ਤੇ ਖਾਓ। ਉਹੀ ਖਾਣਾ 5 ਸਿਤਾਰਾ ਹੋਟਲ ਵਿੱਚ ਖਾਣਾ ਕੀ ਜ਼ਰੂਰੀ ਹੈ? ਜੋ ਚੀਜ਼ ਫੁੱਟਪਾਥ ਉੱਤੇ ਤੁਹਾਨੂੰ 1 ਰੁਪਏ ਵਿੱਚ ਮਿਲਦੀ ਹੈ, ਉਹੀ ਜੇ ਤੁਸੀਂ ਬੜੀ ਠਾਠ-ਬਾਠ ਵਾਲੀ ਦੁਕਾਨ ਤੋਂ ਲਵੋ ਤਾਂ 3-4 ਰੁਪਏ ਲੱਗਣਗੇ। ਕੀ ਜ਼ਰੂਰੀ ਹੈ ਕਿ ਉੱਥੋਂ ਹੀ ਖਰੀਦੋ? ਫੁੱਟਪਾਥ 'ਤੇ ਖਰੀਦਣ ਵਿੱਚ ਤੁਹਾਨੂੰ ਸ਼ਰਮ ਆਉਂਦੀ ਹੈ? ਸਭ ਤੋਂ ਪਹਿਲਾਂ ਤੁਸੀਂ ਆਪਣੇ ਖਰਚੇ ਜਿੱਥੋਂ ਤੱਕ ਸੰਭਵ ਹੋ ਸਕੇ ਸੀਮਿਤ ਕਰ ਦਿਓ। ਕਸ਼ਟ ਹੋਵੇਗਾ, ਦੁੱਖ ਹੋਵੇਗਾ, ਤੁਹਾਨੂੰ ਆਪਣੀਆਂ ਇੰਦਰੀਆਂ ਦਾ ਦਮਨ ਕਰਨਾ ਪਵੇਗਾ। ਠੀਕ ਹੈ, ਭਵਿੱਖ ਵਿੱਚ ਸੁੱਖ ਪਾਉਣ ਲਈ ਤੁਹਾਨੂੰ ਇਹ ਤਾਂ ਕਰਨਾ ਹੀ ਪਵੇਗਾ। ਇਸ ਪ੍ਰਕਾਰ ਤੁਸੀਂ ਆਪਣੀ ਜਮ੍ਹਾਂ ਪੂੰਜੀ ਵਧਾਓ। ਜਦੋਂ ਉਹ ਵੱਧ ਜਾਵੇ ਤਾਂ ਫਿਰ ਉਸ ਨੂੰ ਉਚਿਤ ਕੰਮ ਵਿੱਚ ਲਗਾਓ। ਇਸ ਪ੍ਰਕਾਰ ਤੁਸੀਂ ਸੰਪਤੀਸ਼ਾਲੀ ਬਣ ਸਕਦੇ ਹੋ। ਇਸ ਵਿੱਚ ਸਮਾਂ ਲੱਗਦਾ ਹੈ, ਧੀਰਜ ਦੀ ਜ਼ਰੂਰਤ ਹੁੰਦੀ ਹੈ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ। ਧੀਰਜ ਅਤੇ ਸੰਜਮ ਨਾਲ ਆਪਣਾ ਕੰਮ ਲਗਾਤਾਰ ਕਰਦੇ ਚਲੇ ਜਾਓ, ਤੁਹਾਨੂੰ ਸਫਲਤਾ ਮਿਲ ਕੇ ਰਹੇਗੀ। ਪੂਰੀ ਆਸ ਅਤੇ ਵਿਸ਼ਵਾਸ ਦੇ ਨਾਲ ਲਗਾਤਾਰ ਕੰਮ ਕਰਦੇ ਰਹੋ। ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਲਗਾਓ। ਇਸ ਪ੍ਰਕਾਰ ਤੁਸੀਂ ਆਪਣੀ ਇੱਛਾ ਦੀ ਪੂਰਤੀ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਥੋੜ੍ਹੀ ਸਮਝਦਾਰੀ ਤੋਂ ਕੰਮ ਲੈਣਾ ਹੋਵੇਗਾ। ਤੁਸੀਂ ਜ਼ਰੂਰ ਮੈਦਾਨ ਫਤਿਹ ਕਰੋਗੇ। ਰਾਕਫੇਲਰ ਤੋਂ ਇੱਕ ਵਾਰ ਪੁੱਛਿਆ ਗਿਆ, ਤੁਹਾਡੀ ਸਫਲਤਾ ਦਾ ਰਹੱਸ ਕੀ ਹੈ? ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮੈਂ ਉਸ ਉੱਤੇ ਖੁਦ ਅਧਿਐਨ ਕਰ ਲੈਂਦਾ ਹਾਂ। ਹੜਬੜਾਹਟ ਜਾਂ ਜਲਦੀ ਵਿੱਚ ਕੰਮ ਨਹੀਂ ਕਰਦਾ ਅਤੇ ਨਾ ਹੀ ਕੋਈ ਜ਼ੋਖਮ ਵਾਲਾ ਕੰਮ ਕਰਦਾ ਹਾਂ। ਰਾਕਫੇਲਰ ਦਾ ਇਹ ਜਵਾਬ ਬੜਾ ਕੀਮਤੀ ਹੈ। ਇਸ ਨੂੰ ਧਿਆਨ ਵਿੱਚ ਰੱਖੋ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਉੱਤੇ ਖੂਬ ਸੋਚੋ। ਮੰਨ ਲਵੋ ਤੁਸੀਂ ਆਪਣੀ ਪੂੰਜੀ ਦੀ ਸੀਮਾ ਦੇ ਅਨੁਸਾਰ ਕੋਈ ਵਪਾਰ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਉੱਤੇ ਵਿਚਾਰ ਕਰੋ। ਵਪਾਰ ਦਾ ਅਧਿਐਨ ਕਰੋ। ਉਸ ਵਪਾਰ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਪਤਾ ਕਰੋ। ਇਸ ਪ੍ਰਕਾਰ ਸੰਤੁਸ਼ਟ ਹੋਣ ਦੇ ਬਾਅਦ ਉਸ ਵਿੱਚ ਹੱਥ ਲਗਾਓ। ਬਿਨਾਂ ਪੂਰਨ ਰੂਪ ਵਿੱਚ ਵਿਚਾਰ ਕੀਤੇ ਕਿਸੇ ਵੀ ਕੰਮ ਨੂੰ ਜਾਂ ਵਪਾਰ ਨੂੰ ਸ਼ੁਰੂ ਕਰ ਦੇਣਾ ਆਪਣੇ ਆਪ ਨੂੰ ਖਤਰੇ ਵਿੱਚ ਪਾਉਣਾ ਹੈ। ਜੋਖਮ ਜਾਂ ਖਤਰੇ, ਨੁਕਸਾਨ ਦੀ ਜ਼ਰਾ ਵੀ ਸੰਭਾਵਨਾ ਜਾਂ ਸ਼ੱਕ ਹੋਵੇ
ਤਾਂ ਉਸ ਕੰਮ ਵਿੱਚ ਹੱਥ ਨਾ ਪਾਓ। ਜਦੋਂ ਤੱਕ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋ ਜਾਵੋ, ਆਪਣਾ ਪੈਸਾ ਨਾ ਫਸਾਓ। ਓਨਾ ਹੀ ਕੰਮ ਕਰੋ ਜਿੰਨਾ ਤੁਹਾਡੇ ਬੂਤੇ ਵਿੱਚ ਹੈ। ਬੂਤੇ ਤੋਂ ਬਾਹਰ ਜਾਣ ਦੀ ਯੋਜਨਾ ਨਾ ਬਣਾਓ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸੇ ਉੱਤੇ ਨਿਰਭਰ ਰਹਿ ਕੇ ਕਿਸੇ ਕੰਮ ਨੂੰ ਨਾ ਕਰੋ। ਆਪਣੇ ਬਲਬੂਤੇ ਉੱਤੇ ਹੀ ਕਰੋ। ਕਿਸੇ ਦੇ ਮੋਢੇ ਉੱਤੇ ਬੈਠ ਕੇ ਚੱਲਣਾ ਹਮੇਸ਼ਾ ਖਤਰਨਾਕ ਹੁੰਦਾ ਹੈ। ਤੁਸੀਂ ਲੰਗੜੇ ਹੋ ਜਾਵੋਗੇ। ਉਹ ਕਦੇ ਵੀ ਤੁਹਾਨੂੰ ਪਟਕ ਕੇ ਚੱਲਦਾ ਬਣੇਗਾ। ਇਸ ਪ੍ਰਕਾਰ ਤੁਸੀਂ ਫਿਰ ਕਿਤੇ ਦੇ ਨਾ ਰਹੋਗੇ। ਯੋਜਨਾ ਬਣਾਓ, ਵਿਚਾਰ ਕਰੋ, ਕਮਾਇਆ ਪੈਸਾ ਸੰਭਾਲੋ। ਆਉਣ ਵਾਲਾ ਪੈਸਾ ਮੁੱਠੀ ਮੀਚ ਕੇ ਰੱਖੋ। ਗੈਰ ਜ਼ਰੂਰੀ ਰੂਪ ਵਿੱਚ ਕੋਈ ਵੀ ਖਰਚ ਨਾ ਕਰੋ। ਇੱਕ ਨਿਯਮ ਬਣਾਓ ਕਿ ਇੰਨਾ ਖਰਚ ਕਰਾਂਗਾ, ਭਾਵੇਂ ਉਸ ਵਿੱਚ ਤੁਹਾਨੂੰ ਸਿਰਫ ਇੱਕ ਵਕਤ ਖਾਣਾ ਮਿਲੇ। ਮੇਰਾ ਇੱਕ ਮਿੱਤਰ ਹੈ, ਮੈਂ ਉਸ ਨੂੰ ਮਿਲਣ ਗਿਆ। ਉਸ ਸਮੇਂ 2 ਵੱਜ ਗਏ ਸਨ। ਮੇਰਾ ਮਿੱਤਰ ਕੰਮ ਵਿੱਚ ਲੱਗਿਆ ਹੋਇਆ ਸੀ। ਮੈਂ ਜਾ ਕੇ ਬੈਠ ਗਿਆ। ਉਦੋਂ ਹੀ ਉਸ ਦੀ ਪਤਨੀ ਆ ਗਈ। ਖਾਣਾ ਖਾ ਲਵੋ, ਬਸ ਹੁਣੇ ਆਇਆ, ਉਹ ਬੋਲਿਆ। ਮੈਂ ਮਿੱਤਰ ਨੂੰ ਪੁੱਛਿਆ ਵੀ ਕੀ ਗੱਲ ਹੈ, ਹੁਣ ਤੱਕ ਖਾਣਾ ਨਹੀਂ ਖਾਧਾ? ਉਹ ਮੁਸਕਰਾ ਕੇ ਬੋਲਿਆ, ਅੱਜ ਕੁਝ ਅਜਿਹਾ ਚੱਕਰ ਪੈ ਗਿਆ ਹੈ ਕਿ ਮੈਂ ਓਨੇ ਦਾ ਕੰਮ ਨਹੀਂ ਕਰ ਸਕਿਆ ਜਿੰਨੇ ਦਾ ਮੈਂ ਖਾਣਾ ਖਾਂਦਾ ਹਾਂ। ਜਦੋਂ ਕਰ ਲਵਾਂਗਾ ਫੇਰ ਖਾਵਾਂਗਾ, ਬਸ ਹੋ ਹੀ ਗਿਆ ਹੈ। ਗੱਲ ਸੁਣ ਕੇ ਮੈਂ ਚੁੱਪ ਰਹਿ ਗਿਆ। ਮਿੱਤਰ ਨੇ ਦੱਸਿਆ, ਜਦੋਂ ਤੱਕ ਉਹ ਆਪਣੇ ਖਰਚੇ ਦੇ ਬਰਾਬਰ ਕੰਮ ਨਹੀਂ ਕਰ ਲੈਂਦਾ, ਉਦੋਂ ਤੱਕ ਉਹ ਖਾਣਾ ਨਹੀਂ ਖਾਂਦਾ। ਤੁਸੀਂ ਦੇਖਿਆ, ਇਸ ਨਾਲ ਮੈਂ ਆਪਣੇ ਮਿੱਤਰ ਦੀ ਸਫਲਤਾ ਦਾ ਰਹੱਸ ਸਮਝ ਗਿਆ। ਜਦੋਂ ਤੱਕ ਤੁਸੀਂ ਇਸ ਪ੍ਰਕਾਰ ਦੇ ਸਿਧਾਂਤ ਨਹੀਂ ਬਣਾ ਲਵੋਗੇ, ਉਦੋਂ ਤੱਕ ਤੁਸੀਂ ਜੀਵਨ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਹੋ। ਇਹ ਇੱਕ ਮੰਨੀ ਹੋਈ ਗੱਲ ਹੈ। ਕਿੰਨੀ ਕਠੋਰਤਾ ਦੇ ਨਾਲ ਮੇਰੇ ਮਿੱਤਰ ਨੇ ਆਪਣਾ ਨਿਯਮ ਲਾਗੂ ਕਰ ਰੱਖਿਆ ਸੀ। ਸੰਪਤੀ ਕੋਈ ਵੱਡੀ ਚੀਜ਼ ਨਹੀਂ ਹੈ। ਕਾਲ ਰਾਜ ਦਾ ਕਥਨ ਹੈ, ਮਨੁੱਖ ਦਾ ਧਨਵਾਨ ਹੋਣਾ ਕਿਸਮਤ ਉੱਤੇ ਨਿਰਭਰ ਨਹੀਂ ਕਰਦਾ, ਉਸ ਦੇ ਕਰਮ ਅਤੇ ਸੂਝ-ਬੂਝ ਤੇ ਨਿਰਭਰ ਕਰਦਾ ਹੈ। ਸੂਝ-ਬੂਝ ਨੂੰ ਹੀ ਲੋਕਾਂ ਨੇ ਕਿਸਮਤ ਦਾ ਨਾਂ ਦੇ ਕੇ ਬਹੁਤਿਆਂ ਨੂੰ ਗੁੰਮਰਾਹ ਕਰ ਰੱਖਿਆ ਹੈ। ਅਸਲ ਵਿੱਚ ਕਾਲ ਰਾਜ ਦੇ ਇਹ ਸ਼ਬਦ ਸੋਨੇ ਦੇ ਅੱਖਰਾਂ ਵਿੱਚ ਲਿਖ ਕੇ ਰੱਖਣੇ ਚਾਹੀਦੇ ਹਨ। ਕਰਮ ਅਤੇ ਸੂਝ-ਬੂਝ ਹੀ ਮਨੁੱਖ ਨੂੰ ਸੰਪਤੀਸ਼ਾਲੀ ਬਣਾਉਂਦੇ ਹਨ। ਅਸਲ ਵਿੱਚ ਕਿਸਮਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਲਗਾਤਾਰ ਕਰਮ ਕਰੋ, ਜ਼ਿਆਦਾ ਤੋਂ ਜ਼ਿਆਦਾ ਸਮਾਂ ਲਗਾਓ, ਸਭ ਕੁਝ ਤੁਹਾਡੇ ਕੋਲ ਚਲਿਆ ਆਵੇਗਾ। ਤੁਸੀਂ ਚਾਹੋ ਕਿ ਬਿਨਾਂ ਹੱਥ ਪੈਰ ਹਿਲਾਏ ਘਰ ਬੈਠੇ ਤੁਹਾਡੇ ਕੋਲ ਸਭ ਕੁਝ ਆ ਜਾਵੇ, ਸੋ ਅਸੰਭਵ ਹੈ। ਬਚਪਨ ਵਿੱਚ ਸੁਣੀ ਇੱਕ ਲੋਕ ਕਥਾ ਤੁਹਾਨੂੰ ਦੱਸਦਾ ਹਾਂ। 2 ਮਿੱਤਰ ਸਨ। ਇੱਕ ਮਿੱਤਰ ਬੋਲਿਆ, ਤੇਰੀ ਕਿਸਮਤ ਖਰਾਬ ਹੈ। ਮੈਂ ਕਿਸਮਤ ਨੂੰ ਨਹੀਂ ਮੰਨਦਾ, ਸਾਬਤ ਕਰ ਇਸ ਗੱਲ ਨੂੰ, ਚੱਲ ਮੇਰੇ ਨਾਲ। ਕਿਸਮਤ ਨੂੰ ਨਾ ਮੰਨਣ ਵਾਲਾ ਇੱਕ ਅੰਬ ਦੇ ਦਰਖਤ ਹੇਠਾਂ ਲੈ ਆਇਆ ਉਸ ਨੂੰ। ਖੂਬ ਪੱਕੇ ਅੰਬ ਲਟਕੇ ਸਨ ਤੇ ਹਵਾ ਦੇ ਝੋਂਕਿਆਂ ਨਾਲ ਟੁੱਟ-ਟੁੱਟ ਕੇ ਗਿਰ ਰਹੇ ਸਨ। ਮਿੱਤਰ ਬੋਲਿਆ, ਤੂੰ ਲੇਟ ਜਾ ਤੇ ਮੂੰਹ ਖੁੱਲਾ ਰੱਖ। ਤੇਰੀ ਕਿਸਮਤ ਵਿੱਚ ਅੰਬ ਹੋਵੇਗਾ ਤਾਂ ਮੂੰਹ ਵਿੱਚ ਆ ਕੇ ਗਿਰੇਗਾ। ਮਿੱਤਰ ਮੰਨ ਗਿਆ ਤੇ ਲੇਟ ਗਿਆ। ਉਹ ਸ਼ਾਮ ਤੱਕ ਪਿਆ ਰਿਹਾ। ਇੱਕ ਵੀ ਅੰਬ ਉਸ ਦੇ ਮੂੰਹ ਵਿੱਚ ਆ ਕੇ ਨਾ ਡਿੱਗਿਆ। ਦੂਸਰਾ ਮਿੱਤਰ ਅੰਬ ਚੁੱਕ ਕੇ ਖਾ ਗਿਆ। ਅੰਤ ਵਿੱਚ ਕਿਸਮਤ ਨੂੰ ਮੰਨਣ ਵਾਲਾ ਮਿੱਤਰ ਹਾਰ ਗਿਆ। ਕਿਸਮਤ ਵੱਡੀ ਕਿ ਕਰਮ? ਇਸ ਪ੍ਰਸ਼ਨ ਦਾ ਇਹੀ ਉੱਤਰ ਹੈ ਕਿ ਕਿਸਮਤ ਨਹੀਂ, ਕਰਮ ਵੱਡਾ ਹੈ। ਕਰਮ ਦੇ ਬਲ ਉੱਤੇ ਆਦਮੀ ਆਪਣੀ ਕਿਸਮਤ ਨੂੰ ਵੀ ਬਦਲ ਸਕਦਾ ਹੈ। ਇਸ ਲਈ ਹਮੇਸ਼ਾ ਕਰਮ ਉੱਤੇ ਵਿਸ਼ਵਾਸ ਰੱਖੋ। ਜਦੋਂ ਤੱਕ ਤੁਸੀਂ ਕਰਮ ਨਹੀਂ ਕਰੋਗੇ, ਤੁਹਾਨੂੰ ਕੁਝ ਨਹੀਂ ਮਿਲੇਗਾ। ਕਰਮ ਹੀ ਦੁਨੀਆ ਹੈ। ਇਸ ਲਈ ਮੇਰੇ ਦੋਸਤ, ਕਰਮ ਕਰੋ। ਸੰਪਤੀ ਮੁਫਤ ਵਿੱਚ ਨਹੀਂ ਆਉਂਦੀ ਹੈ। ਤੁਹਾਨੂੰ ਕਰਮ ਕਰਨ ਨਾਲ ਹੀ ਕੁਝ ਮਿਲ ਸਕਦਾ ਹੈ, ਅਤੇ ਉਹ ਵੀ ਕਠੋਰ ਕਰਮ। ਜਦੋਂ ਤੱਕ ਤੁਸੀਂ ਆਪਣੇ ਆਪ ਤੇ ਕਾਬੂ ਕਰਕੇ ਤੁਸੀਂ ਕਠੋਰ ਕਰਮ ਨਹੀਂ ਕਰੋਗੇ, ਤੁਹਾਨੂੰ ਕੁਝ ਨਹੀਂ ਮਿਲ ਸਕਦਾ। ਸੋ ਦੋਸਤੋ, ਇਸ ਦੇ ਨਾਲ ਇਹਦਾ ਦੂਜਾ ਭਾਗ ਵੀ ਆਪਾਂ ਇੱਥੇ ਖਤਮ ਕਰਦੇ ਹਾਂ। ਫਿਰ ਮਿਲਾਂਗੇ ਇਸ ਤੋਂ ਆਪਾਂ ਤੀਜੇ ਭਾਗ ਦੇ ਨਾਲ, ਤੇ ਉਹਦੇ ਵਿੱਚ ਹੀ ਸਾਰਾ ਲੇਖ ਖਤਮ ਕਰਾਂਗੇ। ਧੰਨਵਾਦ।